ਦੇ ਪ੍ਰਾਈਮ ਟਾਈਮ ਸ਼ੋਅ ਦੇ ਵਿੱਚ ਇੱਕ ਵਾਰੀ ਫੇਰ ਤੁਹਾਡਾ ਕਰਦੇ ਹਾਂ ਸਵਾਗਤ। ਸੁਸ਼ੀਲ ਦਸਾਂਝ ਮੇਰੇ ਨਾਲ ਲਗਾਤਾਰ ਜੁੜੇ ਹੋਏ ਚੰਡੀਗੜ੍ਹ ਸਟੂਡੀਓ ਤੋਂ ਕੁਝ ਇੱਕ ਭਾਰਤ ਦੀਆਂ ਖਬਰਾਂ ਦੇ ਉੱਤੇ ਆਪਾਂ ਚਰਚਾ ਕਰਦੇ ਹਾਂ। ਇਸ ਵਾਰ ਦਾ ਜਿਹੜਾ ਪਾਰਲੀਮੈਂਟ ਸੈਸ਼ਨ ਹੈ ਜੀ, ਕਈ ਕਾਰਨਾਂ ਕਰਕੇ ਬੜਾ ਹੰਗਾਮੇ ਵਾਲਾ ਰਿਹਾ। ਬਹੁਤ ਸਾਰੇ ਬਿੱਲ ਆਉਣੇ ਸੀਗੇ, ਅਜੇ ਤੱਕ ਪਾਰਲੀਮੈਂਟ ਚੱਲਣ ਨਹੀਂ ਦਿੱਤੀ ਗਈ। ਕੁਝ ਕਿਸਾਨਾਂ ਦਾ ਪ੍ਰੈਸ਼ਰ ਸੀਗਾ ਤੇ ਕੁਝ ਇੱਕ ਜਿਹੜਾ ਪੈਗਾਸਸ ਜਸੂਸੀ ਕਾਂਡ ਹੋਇਆ ਉਹਨੂੰ ਲੈ ਕੇ ਬਹੁਤ ਜ਼ਿਆਦਾ ਗਰਮਾ ਗਰਮੀ ਜਿਹੜੀ ਹੋ ਰਹੀ ਆ। ਤੇ ਦੂਜੇ ਪਾਸੇ ਕਿਸਾਨ ਪਾਰਲੀਮੈਂਟ ਬੜੇ ਸੁਹਿਰਦ ਤੇ ਡਿਸਪਲਿਨ ਵਾਲੇ ਤਰੀਕੇ ਨਾਲ ਬਾਹਰ ਚੱਲਦੀ ਰਹੀ ਆ। ਬਹੁਤ ਸਾਰੇ ਲੋਕੀ ਜਿਹੜੇ ਅਬਜ਼ਰਵਰ ਨੇ ਉਹ ਇਹ ਸੋਚਦੇ ਕਹਿ ਰਹੇ ਨੇ ਕਿ ਭਾਰਤ ਦੇ ਪੋਲੀਟੀਸ਼ੀਅਨਸ ਨੂੰ ਕਿਸਾਨਾਂ ਕੋਲੋਂ ਸਿੱਖਣਾ ਚਾਹੀਦਾ ਹੈ ਕਿ ਪਾਰਲੀਮੈਂਟ ਕੀ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਇਹ ਜੱਟ ਬੂਟ ਜਿਹੜੇ ਨੇ, ਪੇਂਡੂ ਲੋਕ ਨੇ, ਇਹਨਾਂ ਨੂੰ ਸਿਆਸਤ ਨਹੀਂ ਆਉਂਦੀ। ਪਰ ਜਿਸ ਤਰੀਕੇ ਦੀ ਸਿਆਸਤ ਕਿਸਾਨ ਜਥੇਬੰਦੀਆਂ ਨੇ ਕਰਕੇ ਦੁਨੀਆ ਨੂੰ ਦਿਖਾਈ ਤੇ ਆਪਣਾ ਸਿੱਕਾ ਜਮਾਇਆ, ਉਹ ਤੋਂ ਲੱਗਦਾ ਹੈ ਕਿ ਕਿਤੇ ਨਾ ਕਿਤੇ ਸ਼ਰਮਸਾਰ ਤੇ ਜ਼ਰੂਰ ਹੋਣਗੇ ਭਾਰਤ ਦੇ ਸਿਆਸਤਦਾਨ, ਭਾਵੇਂ ਉਹ ਪੰਜਾਬ ਦੇ ਹੋਣ ਜਾਂ ਭਾਰਤ ਦੇ ਬਾਕੀ, ਪਰ ਹੈ ਬੜੇ ਬੇਸ਼ਰਮ ਤੇ ਢੀਠ। ਬੇਸ਼ਰਮੀ ਦੀ ਤਾਂ ਹੱਦ ਹੋਈ ਪਈ ਹੈ ਜੀ। ਦੇਖੋ, ਸਰਕਾਰ ਇਹ ਕਹਿ ਰਹੀ ਹੈ ਵੀ ਕਿਸਾਨਾਂ ਦਾ ਬਾਰ-ਬਾਰ ਇਹ ਗੱਲ ਕਹੀ ਹੈ ਵੀ ਕਿਸਾਨਾਂ ਦਾ ਅੰਦੋਲਨ ਦਾ ਮਤਲਬ ਹੀ ਕੋਈ ਨਹੀਂ। ਕਿਸਾਨਾਂ ਦੀ ਤਕਲੀਫ ਹੱਲ ਕਰਨ ਵਾਸਤੇ ਤਾਂ ਅਸੀਂ 3 ਖੇਤੀ ਕਾਨੂੰਨ ਲੈ ਕੇ ਆਉਂਦੇ ਆ ਤੇ ਕਿਸਾਨ ਇਹ ਕਹਿੰਦੇ ਆ ਕਿ ਸਾਡੀ ਤਕਲੀਫ ਤੁਸੀਂ ਦਿੱਤੀ ਹੈ ਤੇ ਸਾਨੂੰ ਇਹ ਚੀਜ਼ ਚਾਹੀਦੀ ਨਹੀਂ। ਦੁਨੀਆ 'ਚ ਪਹਿਲੀ ਵਾਰ ਕਿ ਜਿਹੜੀ ਚੀਜ਼ ਕਿਸੇ ਨੇ ਮੰਗੀ ਨਹੀਂ ਉਹ ਉਹਨਾਂ ਨੂੰ ਦਿੱਤੀ ਜਾ ਰਹੀ ਹੈ। ਪਰ ਪਾਰਲੀਮੈਂਟ ਦੇ ਵਿੱਚ ਜਿਸ ਤਰ੍ਹਾਂ ਦਾ ਢੀਠਸਾਈ ਵਾਲਾ, ਬੇਸ਼ਰਮੀ ਵਾਲਾ, ਤੇ ਪਾਰਲੀਮੈਂਟ ਤੋਂ ਬਾਹਰ ਵੀ ਜਿਸ ਤਰ੍ਹਾਂ ਦਾ ਢੀਠਸਾਈ ਤੇ ਬੇਸ਼ਰਮੀ ਵਾਲਾ ਜਿਹੜਾ ਰਵੱਈਆ ਇਹ ਸਰਕਾਰ ਦਾ ਆ, ਇਹ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਸਰਕਾਰ ਨੇ ਏਦਾਂ ਦਾ ਵਤੀਰਾ ਅਖਤਿਆਰ ਕੀਤਾ ਹੋਵੇ। ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਤੇ ਹੁਣ ਇਹ 14ਵਾਂ ਦਿਨ ਹੈ ਅੱਜ ਪਾਰਲੀਮੈਂਟ ਦੇ ਵਿੱਚ, ਤੇ 14 ਦਿਨਾਂ ਦੇ ਵਿੱਚ ਅੱਜ ਜਿਹੜੇ ਆ ਪਾਰਲੀਮੈਂਟ ਦੇ ਵਿੱਚ ਜਿਹੜਾ 125 ਘੰਟਿਆਂ 126 ਘੰਟਿਆਂ ਦੇ ਵਿੱਚ ਹੋ ਸਕਿਆ। ਸਰਕਾਰ ਏਦਾਂ ਚਾਹੁੰਦੀ ਹੈ। ਸਰਕਾਰ ਚਾਹੁੰਦੀ ਹੈ ਵੀ ਰੌਲੇ ਰੱਪੇ ਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੇ ਬੁੱਲ ਜਿੰਨੇ ਹੋਰ 17 ਬਿੱਲ ਜਿਹੜੇ ਕੀਤੇ ਸੀ ਉਹ ਪਾਸ ਕਰਵਾ ਲਏ ਜਾਣ ਤੇ ਕੁਝ ਬਿੱਲ ਜਿਹੜੇ ਆ ਪੇਸ਼ ਕਰ ਦੇ ਤੇ ਉੱਤੇ ਕਰ ਰਹੀ ਹੈ ਸਰਕਾਰ। ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਤਾਂ ਚਰਚਾ ਨਹੀਂ ਚਾਹੁੰਦੇ, ਜਦਕਿ ਰਿਐਲਿਟੀ ਇਹ ਹੈ ਕਿ ਜਿਹੜੇ ਵੀ ਮੁੱਦੇ ਆ, ਚਾਹੇ ਕਿਸਾਨਾਂ ਦੇ ਇਸ਼ੂ ਹੈ, ਚਾਹੇ ਪੈਗਾਸਸ ਜਸੂਸੀ ਕਾਂਡ ਹੈ। ਆਪਣੇ ਦਸਾਂਝ ਸਾਹਿਬ ਤੁਹਾਡੀ ਆਵਾਜ਼ ਲਗਾਤਾਰ ਕੱਟ ਕੇ ਆ ਰਹੀ ਹੈ। ਤੀਜੀ ਸੈਗਮੈਂਟ ਜਦੋਂ ਦੀ ਆਪਾਂ ਸ਼ੁਰੂ ਕੀਤੀ ਇਹਨੂੰ ਆਪਾਂ ਨੂੰ ਦੁਬਾਰਾ ਲੈਣਾ ਪੈਣਾ। ਇੱਕ ਵਾਰੀ ਆਪਣੇ ਚੈੱਕ ਕਰੋ ਇੰਟਰਨੈਟ ਨੂੰ। ਮੈਂ ਚਾਹ ਰਿਹਾ ਸੀ ਕਿ ਆਪਣੀ ਸੈਗਮੈਂਟ ਆਪਾਂ ਜਲਦੀ ਨਾਲ ਖਤਮ ਕਰ ਦਾਂਗੇ ਕਿਉਂਕਿ ਬਹੁਤ ਸਾਰੇ ਸਾਡੇ ਇੱਥੇ ਵੀ ਦਰਸ਼ਕ ਜਿਹੜੇ ਉਹਨਾਂ ਨੇ ਮੈਚ ਵੇਖਣਾ ਹੈ। ਤਾਂ ਮੈਂ ਦੱਸ ਦਿਆਂ ਕਿ ਮੈਨੂੰ ਦੱਸਿਆ ਸੁਸ਼ੀਲ ਦਸਾਂਝ ਜਰਾ ਕਿ cvc.ca ਦੇ ਉੱਤੇ ਲਾਈਵ ਮੈਚ ਆਪਾਂ ਦੇਖ ਸਕਦੇ ਹਾਂ ਕੈਨੇਡਾ ਦੇ ਵਿੱਚ। ਜੇ ਆਪਣੇ ਕੋਲ IPTV ਬਾਕਸ ਨੇ ਤਾਂ ਸੋਨੀ 10 ਦੇ ਉੱਤੇ ਵੀ ਇਹ ਮੈਚ ਜਿਹੜਾ ਵਾ ਉਹ ਬਸ 9:30 ਵਜੇ ਸ਼ੁਰੂ ਹੋਣ ਵਾਲਾ, ਇਹਨੂੰ ਆਪਾਂ ਵੇਖ ਸਕਦੇ ਹਾਂ। ਸੋ ਮੇਰਾ ਖਿਆਲ ਹੈ ਕਿ ਅਸੀਂ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਉਹਨੂੰ ਕੰਟੀਨਿਊ ਫਿਰ ਆਪਾਂ ਇੱਕ ਵਾਰੀ ਕਰ ਲਈਏ। ਮੇਰੇ ਖਿਆਲ ਠੀਕ ਜਿਹੜਾ ਲੱਗਦਾ ਉਹ ਹੋ ਗਈ। ਦਸਾਂਝ ਸਾਹਿਬ, ਆਪਾਂ ਗੱਲ ਕਰ ਰਹੇ ਸੀ ਸਿਆਸਤਦਾਨਾਂ ਦੀ ਢੀਠਤਾਈ ਦੀ। ਇੱਕ ਵਾਰੀ ਫਿਰ ਇਹਨੂੰ ਮੁੜ ਤੋਂ ਰਿਪੀਟ ਕਰ ਦਿਓ ਕਿ ਗੱਲ ਜਿਹੜੀ ਤੁਸੀਂ ਕਰ ਰਹੇ ਸੀ ਉਹ ਠੀਕ ਤਰ੍ਹਾਂ ਨਹੀਂ ਸੀ ਆਈ। ਹਾਂ, ਦੇਖੋ ਤਾਂ ਹੁਣ ਮੇਰੀ ਆਵਾਜ਼ ਠੀਕ ਆ ਰਹੀ ਹੈ? ਠੀਕ ਹੈ ਜੀ, ਠੀਕ ਆ ਰਹੀ ਹੈ ਹੁਣ ਤੁਹਾਡੀ, ਤਾਂ ਹੀ ਤੁਹਾਨੂੰ ਕਿਹਾ ਜੀ। ਹਾਂ, ਸੋ ਮੈਂ ਇਹਦੇ 'ਚ ਬਹੁਤ ਬਰੀਫਲੀ ਗੱਲ ਕਰਨੀ ਚਾਹੁੰਦਾ ਹੈ ਕਿ ਸਰਕਾਰ ਜਿਹੜੀ ਆ ਹਰ ਲੈਵਲ ਦੇ ਉੱਤੇ ਢੀਠਸਾਈ ਤੇ ਬੇਸ਼ਰਮੀ ਵਾਲਾ ਰਵੱਈਆ ਅਖਤਿਆਰ ਕਰਦੀ ਹੈ। ਖਾਸ ਤੌਰ ਦੇ ਉੱਤੇ ਪੈਗਾਸਸ ਜਸੂਸੀ ਕਾਂਡ ਦਾ ਮਾਮਲਾ ਆ, ਜਾਂ ਕਿਸਾਨ ਅੰਦੋਲਨ ਦੇ ਮਸਲੇ ਦੇ ਉੱਤੇ ਜਿਸ ਢੰਗ ਦੇ ਨਾਲ ਵਤੀਰਾ ਅਖਤਿਆਰ ਕੀਤਾ, ਜਾਂ ਈਵਨ ਕੋਵਿਡ ਦੇ ਮਾਮਲਿਆਂ ਦੇ ਉੱਤੇ ਵੀ ਜਿੰਨਾ ਕੁਝ ਝੂਠ ਇਹ ਸਰਕਾਰ ਬੋਲਦੀ ਹੈ, ਜਾਂ ਜਿਸ ਤਰ੍ਹਾਂ ਦਾ ਵਤੀਰਾ ਅਖਤਿਆਰ ਕੀਤਾ ਹੋਇਆ ਵੱਖ-ਵੱਖ ਮਸਲਿਆਂ ਦੇ ਉੱਤੇ ਸਰਕਾਰ ਨੇ ਪਾਰਲੀਮੈਂਟ ਦੇ ਅੰਦਰ ਵੀ ਪਾਰਲੀਮੈਂਟ ਦੇ ਬਾਹਰ ਵੀ, ਸ਼ਾਇਦ ਹੀ ਦੁਨੀਆ ਦੀ ਕੋਈ ਚੁਣੀ ਹੋਈ ਸਰਕਾਰ ਨੇ ਇਸ ਤਰ੍ਹਾਂ ਰਵੱਈਆ ਕਦੇ ਅਖਤਿਆਰ ਕੀਤਾ ਹੋਵੇ। ਕਿਸੇ ਕਿਸਮ ਦੀ ਕੋਈ ਸ਼ਰਮ ਨਹੀਂ ਹੈ, ਕਿਸੇ ਕਿਸਮ ਦੀ ਵੀ ਕੋਈ ਇਸ ਤਰ੍ਹਾਂ ਦੀ ਕੋਈ ਉਹਨਾਂ ਦੇ ਮਨ ਦੇ ਵਿੱਚ ਕੋਈ ਭਾਵਨਾ ਨਹੀਂ ਹੈ ਕਿ ਇਹ ਜਿਹੜੇ ਲੋਕ ਬੋਲ ਰਹੇ ਨੇ, ਲੜ ਰਹੇ ਨੇ, ਸੜਕਾਂ ਤੇ ਨੇ, ਇਹ ਜਿਹੜੇ ਲੋਕ 4,500 ਮਤਲਬ 4.5 ਕਰੋੜ ਲੋਕ ਜਿਹੜੇ ਕੋਵਿਡ ਦੇ ਪਹਿਲੇ ਦੌਰ ਦੇ ਵਿੱਚ ਸੜਕਾਂ ਤੇ ਸੀ, ਪੈਦਲ ਆਪਣੇ ਘਰਾਂ ਨੂੰ ਗਏ। ਹੁਣ ਵੀ ਜਿਸ ਹਾਲਾਤ ਚੋਂ ਸਾਰਾ ਮੁਲਕ ਗੁਜ਼ਰ ਰਿਹਾ, ਕੋਈ ਚਿੰਤਾ ਨਹੀਂ ਹੈ, ਕੋਈ ਫਿਕਰ ਨਹੀਂ ਹੈ। ਇਹਦੇ ਤੋਂ ਪਤਾ ਲੱਗ ਜਾਂਦਾ ਹੈ ਵੀ ਇਹ ਸਰਕਾਰ ਕਿਹਦੀ ਹੈ। ਸੋ ਹਰ ਹੀਲੇ ਇਹ ਸਰਕਾਰ ਜਿਹੜੀ ਆ ਉਦਯੋਗਪਤੀਆਂ ਦੇ ਪੱਖ 'ਚ ਭੁਗਤ ਰਹੀ ਹੈ ਤੇ ਜਿਹੜੀ ਜਨਤਾ ਆ, ਜਿਸ ਜਨਤਾ ਦੇ ਸਿਰ ਤੇ ਇਹ ਸਰਕਾਰ ਹੈ, ਉਸ ਜਨਤਾ ਦਾ ਇਹਨਾਂ ਨੂੰ ਕੋਈ ਫਿਕਰ ਨਹੀਂ ਹੈ। ਜਨਤਾ ਇਹਨਾਂ ਵਾਸਤੇ ਸਿਰਫ ਵੋਟਰ ਹੈ। ਇਸੇ ਕਰਕੇ ਕਤਾਰਬੰਦੀ ਕਰਕੇ ਕੁਝ ਇਸ ਤਰ੍ਹਾਂ ਦਾ ਪਾੜ ਪਾ ਕੇ
ਜਾਤਾਂ ਦਾ, ਫਿਰਕਿਆਂ ਦਾ, ਧਰਮਾਂ ਦਾ ਤੇ ਵੋਟਾਂ ਦੀ ਪੋਲਿਟਿਕਸ ਖੇਡੀ ਜਾ ਰਹੀ ਹੈ। ਹਾਲੇ ਵੀ ਉਹੀ ਕੁਝ ਚੱਲ ਰਿਹਾ ਹੈ, ਪਰ ਹਰ ਵਾਰ ਨਿਸ਼ਾਨੇ ਜਿਹੜੇ ਆ ਉਹ ਟਿਕਾਣੇ ਤੇ ਨਹੀਂ ਲੱਗਿਆ ਕਰਦੇ। ਐਤਕਾਂ ਮੈਨੂੰ ਲੱਗਦਾ ਹੈ ਕਿ ਭਾਰਤੀ ਆਵਾਮ ਦਾ ਨਿਸ਼ਾਨਾ ਟਿਕਾਣੇ ਤੇ ਲੱਗੇਗਾ। ਵੱਖਰੀ ਗੱਲ ਹੈ ਕਿ ਸਾਹਮਣੇ ਕਿਸੇ ਤਰ੍ਹਾਂ ਦਾ ਕੋਈ ਬੈਟਰ ਬਦਲ ਵੀ ਨਹੀਂ। ਦਸਾਂਝ ਸਾਹਿਬ, ਇੱਕ ਬੜਾ ਹੀ ਅਲੱਗ ਕਰੈਕਟਰ ਹੈ ਪੰਜਾਬ ਦੀ ਰਾਜਨੀਤੀ ਵਿੱਚ, ਜਿਹੜਾ ਕਿਸੇ ਨਾ ਕਿਸੇ ਕਾਰਨ ਚਰਚਾ ਵਿੱਚ ਆ ਜਾਂਦਾ ਹੈ, ਉਹ ਹੈ ਬਲਵੰਤ ਰਾਮੂਵਾਲੀਆ। ਤੇ ਬਲਵੰਤ ਰਾਮੂਵਾਲੀਆ ਕਦੀ ਲੋਕਾਂ ਦੇ ਹਿੱਤ ਦੀ ਗੱਲ ਕਰਦਾ ਹੁੰਦਾ ਸੀਗਾ, ਇਹੋ ਜਿਹੀ ਪਾਰਟੀ ਵੀ ਬਣਾਈ, ਫਿਰ ਕਦੀ ਕਾਂਗਰਸ ਵਾਲੇ ਪਾਸੇ ਨੂੰ ਲੋਰ ਹੋ ਗਈ ਉਹਦੀ, ਕਦੀ ਅਕਾਲੀ ਦਲ 'ਚ ਰਲ ਗਿਆ, ਕਦੀ ਚੰਗੀ ਭਲੀ ਚੱਲਦੀ ਸਰਕਾਰ ਦੇ ਦੌਰਾਨ ਟਪੂਸੀ ਮਾਰ ਕੇ ਸਮਾਜਵਾਦੀ ਪਾਰਟੀ ਦੂਜੀ ਸਟੇਟ 'ਚ ਜਾ ਕੇ ਮੰਤਰੀ ਬਣ ਬੈਠਾ। ਤੇ ਹੁਣ ਉਹਨਾਂ ਦੀ ਬੇਟੀ, ਉਹਨਾਂ ਦੇ ਉੱਤੇ ਵੀ ਕਾਫੀ ਤਰ੍ਹਾਂ ਦੇ ਜਿਹੜੇ ਆ ਕਬਜ਼ੇ ਕਰਨ ਦੀਆਂ ਖਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਨੇ। ਉਹਨਾਂ ਦੀ ਬੇਟੀ ਸਿਆਸਤ 'ਚ ਹੋਏਗੀ, ਮੈਨੂੰ ਨਹੀਂ ਪਤਾ ਕਿ ਉਹਨਾਂ ਦਾ ਕੀ ਰੁਤਬਾ ਸੀਗਾ ਅਕਾਲੀ ਦਲ ਦੇ ਵਿੱਚ, ਤੇ ਉਹ ਬੀਜੇਪੀ 'ਚ ਸ਼ਾਮਲ ਹੋ ਗਏ ਆ। ਪਰ ਰਾਮੂਵਾਲੀਆ ਦਾ ਬਿਆਨ ਇਹ ਆ, ਬੜੇ ਸ਼ਾਤਰ ਸਿਆਸਤਦਾਨ ਨੇ ਉਹ, ਕਿ ਮੈਨੂੰ ਜਲੀਲ ਕਰ ਦਿੱਤਾ ਮੇਰੀ ਬੇਟੀ ਨੇ, ਮੈਂ ਹਰ ਤਰ੍ਹਾਂ ਦਾ ਰਿਸ਼ਤਾ ਉਹਦੇ ਨਾਲ ਤੋੜ ਰਿਹਾ। ਹੁਣ ਕੁਝ ਲੋਕਾਂ ਦਾ ਤਾਂ ਸ਼ਾਇਦ ਮੰਨਣਾ ਇਹ ਹੋਵੇ ਕਿ ਰਾਮੂਵਾਲੀਆ ਦੀ ਇਹ ਸਿਆਸੀ ਇੱਕ ਚਾਲ ਹੈ ਕਿ ਆਪਣੀ ਬੇਟੀ ਨੂੰ ਬੀਜੇਪੀ 'ਚ ਭੇਜ ਦਿੱਤਾ, ਤੇ ਉਹਨਾਂ ਦੇ ਕੁਝ ਹੋਰ ਵੱਡੀ ਨਵੀਂ ਛਾਲ ਮਾਰਨ ਦੇ ਇਰਾਦੇ ਲੱਗਦੇ ਇਹਦੇ ਪਿੱਛੇ। ਤੁਹਾਨੂੰ ਕੀ ਲੱਗਦਾ ਹੈ ਕਿ ਸਿਆਸਤ ਦਾ ਕਿਹੋ ਜਿਹਾ ਦੌਰ ਹੈ ਜਿਹਦੇ ਵਿੱਚ ਇਹੋ ਜਿਹੇ ਮਸਕਰੇ ਤਰ੍ਹਾਂ ਦੇ ਸਿਆਸਤਦਾਨ ਸਾਡੇ ਅੱਗੇ ਨੇ, ਜਿਹੜੇ ਪਾਸੇ ਮਰਜ਼ੀ ਵੇਖ ਲਈਏ, ਇਸ ਤਰ੍ਹਾਂ ਦੇ ਗੈਰ ਸੰਜੀਦਾ ਤੇ ਇਸ ਤਰ੍ਹਾਂ ਦੇ ਸਿਆਸਤਦਾਨ ਜਿਨ੍ਹਾਂ ਦਾ ਲੋਕੀ ਨਾਂ ਇਸ ਕਰਕੇ ਲੈਂਦੇ ਆ ਕਿ ਉਹ ਆਪਣੀ ਮਤਲਬ ਇੰਟਰਟੇਨਮੈਂਟ ਦਾ ਸਾਧਨ ਇੱਕ ਕਿਸਮ ਦਾ ਉਹਨਾਂ ਨੂੰ ਸਮਝਦੇ ਆ, ਇੰਜੋਏ ਕਰਦੇ ਆ ਉਹਨਾਂ ਨੂੰ ਲੈ ਕੇ, ਪਰ ਇਹਨਾਂ ਕੋਲੋਂ ਉਮੀਦ ਕੀ ਆ ਔਰ ਇਹ ਲੋਕ ਕੀ ਕਰਦੇ ਆ? ਜਿਹੜੀ ਇਸ ਤਰ੍ਹਾਂ ਦੀ ਸਿਆਸਤ ਆ ਉਹਦੇ ਬਾਰੇ ਕੋਈ ਟਿੱਪਣੀ ਕਰਨੀ ਚਾਹੋਗੇ? ਦੇਖੋ, ਸਾਡੇ ਪੰਜਾਬੀ ਬਹੁਤ ਦੇਰ ਬਾਅਦ ਲੋਕਾਂ ਨੂੰ ਪਛਾਣਦੇ ਆ, ਤੇ ਰਾਮੂਵਾਲੀਆ ਨੂੰ ਵੀ ਹੁਣ ਲੋਕ ਪਛਾਣ ਚੁੱਕੇ ਆ। ਬਲਵੰਤ ਸਿੰਘ ਰਾਮੂਵਾਲੀਆ ਦੀ ਟੋਟਲ ਪੋਲਿਟਿਕਸ ਜਿਹੜੀ ਹੈ ਉਹ ਆਪਣੇ ਕਰੀਅਰ ਤੇ ਰਹੀ ਹੈ, ਕਿਸੇ ਕਿਸਮ ਦਾ ਵੀ ਸਿਧਾਂਤਕਾਰੀ ਵਾਲੀ ਗੱਲ ਨਹੀਂ। ਬਹੁਤ ਸਾਰੀਆਂ ਤਸਵੀਰਾਂ ਵੀ ਇਦਾਂ ਦੀਆਂ ਸਾਡੇ ਸਾਹਮਣੇ ਪੁਰਾਣੀਆਂ ਹੈਗੀਆਂ ਵੀ ਕਿਵੇਂ ਹਰਕਿਸ਼ਨ ਸਿੰਘ ਸੁਰਜੀਤ ਹੋਰਾਂ ਦੇ ਗੋਡੀ ਲੱਗ ਕੇ ਇਹਨਾਂ ਨੇ ਦਿੱਲੀ 'ਚ ਕੈਬਨਿਟ ਮਿਨਿਸਟਰੀ ਹਾਸਲ ਕੀਤੀ ਸੀ ਕੇਂਦਰ ਸਰਕਾਰ ਦੇ ਵਿੱਚ, ਤੇ ਫਿਰ ਕਿੱਥੇ ਕਿੱਥੇ ਘੁੰਮਦੇ ਘੁਮਾਉਂਦੇ ਜਿਹੜੇ ਕਦੇ ਅਕਾਲੀ, ਫਿਰ ਕਦੇ ਲੋਕ ਭਲਾਈ ਪਾਰਟੀ, ਤੇ ਕਦੇ ਫਿਰ ਕਾਂਗਰਸ ਸੁਰਜੀਤ ਨਾਲ, ਤੇ ਫਿਰ ਲੋਕ ਭਲਾਈ ਪਾਰਟੀ, ਤੇ ਹੁਣ ਸ਼੍ਰੋਮਣੀ ਅਕਾਲੀ ਦਲ 'ਚ ਵੀ ਕੁਝ ਸਮਾਂ ਲਾ ਲਿਆ, ਤੇ ਫਿਰ ਸਮਾਜਵਾਦੀ ਪਾਰਟੀ। ਪੁਰਾਣੇ ਜਿਹੜੇ ਰਿਸ਼ਤੇ ਬਣੇ ਹੋਏ ਸੀ ਮੁਲਾਇਮ ਸਿੰਘ ਯਾਦਵ ਦੇ ਨਾਲ, ਉਹਦਾ ਲਾਹਾ ਖੱਟ ਕੇ ਸਮਾਜਵਾਦੀ ਪਾਰਟੀ ਦੇ ਵਿੱਚ ਵੀ ਵੱਡਾ ਰੁਤਬਾ ਹਾਸਲ ਕਰ ਲਿਆ, ਸਰਕਾਰ 'ਚ ਵੀ ਕੈਬਨਿਟ ਮੰਤਰੀ ਬਣ ਗਏ ਜਾ ਕੇ ਉੱਥੇ ਉੱਤਰ ਪ੍ਰਦੇਸ਼ 'ਚ। ਹੁਣ ਉੱਥੇ ਸਰਕਾਰ ਨਹੀਂ ਹੈ, ਤੇ ਦਾਅਵਾ ਉਹਨਾਂ ਦਾ ਇਹ ਹੈ ਵੀ ਜਿਹੜੇ 14 ਤਰਾਈ ਜ਼ਿਲ੍ਹੇ ਹੈ ਉਹਨਾਂ 'ਚ ਬਲਵੰਤ ਸਿੰਘ ਰਾਮੂਵਾਲੀਆ ਕਹਿੰਦੇ ਵੀ ਮੈਂ ਦੇਖ ਰਿਹਾ ਉਹ ਸਮਾਜਵਾਦੀ ਪਾਰਟੀ ਦੇ 14 ਤਰਾਈ ਜ਼ਿਲ੍ਹੇ ਜਿੱਥੇ ਬਹੁਤੀ ਸਿੱਖਾਂ ਦੀ ਗਿਣਤੀ ਹੈ, ਤੇ ਮੇਰੀ ਧੀ ਨੇ ਮੇਰੀ ਪਿੱਠ 'ਚ ਛੁਰਾ ਮਾਰਿਆ ਕਿਉਂਕਿ ਭਾਰਤੀ ਜਨਤਾ ਪਾਰਟੀ ਨਾਲ ਮੁਕਾਬਲਾ ਹੈ ਅਗਲੇ ਸਾਲ ਸਮਾਜਵਾਦੀ ਪਾਰਟੀ ਦਾ ਵਿਧਾਨ ਸਭਾ ਚੋਣਾਂ 'ਚ ਯੂਪੀ 'ਚ, ਤੇ ਮੈਨੂੰ ਇੱਕ ਸਾਜ਼ਿਸ਼ ਦੇ ਤਾਂ ਦੇ ਉੱਤੇ ਤਹਿਤ ਜਿਹੜਾ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਹੈ ਬੀਜੇਪੀ ਨੇ, ਤੇ ਮੇਰਾ ਬੇਟੀ ਆਪਣੀ ਨਾਲ ਰਿਸ਼ਤਾ ਮਨਜੋਤ ਹੈ ਬੇਟੀ ਦਾ ਨਾਂ, ਵੀ ਹੁਣ ਕਾਗਜ਼ਾਂ ਤੱਕ ਹੀ ਸੀਮਤ ਹੈ, ਉਦਾਂ ਮੈਨੂੰ ਬਹੁਤ ਉਹਨੇ ਜਲੀਲ ਕੀਤਾ। ਇਹ ਤਾਂ ਰੂਟੀਨ ਦੀਆਂ ਗੱਲਾਂ। ਪਰ ਜਿਸ ਤਰ੍ਹਾਂ ਦਾ ਬਲਵੰਤ ਸਿੰਘ ਰਾਮੂਵਾਲੀਆ ਦਾ ਹੁਣ ਤੱਕ ਦਾ ਸਾਰਾ ਜੀਵਨ ਰਿਹਾ ਕਰੀਅਰ, ਪੋਲੀਟੀਕਲ ਕਰੀਅਰ, ਉਹਦੇ ਤੋਂ ਇਹ ਲੱਗਦਾ ਹੈ ਕਿ ਇਹ ਸਾਰਾ ਕੁਝ ਵੀ ਉਹਨਾਂ ਦੀ ਪਲਾਨਿੰਗ ਦਾ ਹਿੱਸਾ ਹੋਵੇ। ਜਿੱਦਾਂ ਤੁਸੀਂ ਵੀ ਕਿਹਾ, ਕੁਝ ਲੋਕ ਕਹਿੰਦੇ ਨੇ, ਮੈਂ ਵੀ ਘੱਟੋ ਘੱਟ ਏਦਾਂ ਹੀ ਸਮਝਦਾ ਬਈ ਜਿੱਦਾਂ ਜਦੋਂ ਸ਼੍ਰੋਮਣੀ ਅਕਾਲੀ ਦਲ 'ਚ ਗਏ ਸੀ, ਇਹੀ ਅਮਨਜੋਤ ਕੌਰ ਰਾਮੂਵਾਲੀਆ ਨੂੰ ਉਹਨਾਂ ਨੇ ਅਕਾਲੀ ਦਲ 'ਚ ਸ਼ਾਮਲ ਕਰਵਾਇਆ ਸੀ, ਤੇ ਇੱਥੇ ਮੋਹਾਲੀ ਦੇ ਵਿੱਚ ਉਹ ਕੋਈ ਉਹਨਾਂ ਦਾ ਇੱਕ ਬੋਰਡ ਹੈ, ਉਹਦੀ ਚੇਅਰਪਰਸਨ ਵੀ ਬਣਾ ਦਿੱਤਾ ਸੀ। ਹਰਭਜਨ ਮਾਨ ਨੂੰ ਵੀ ਉਦੋਂ ਲਾਏ ਸੀ ਸ਼੍ਰੋਮਣੀ ਅਕਾਲੀ ਦਲ 'ਚ। ਜਦੋਂ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੇ ਛੱਡ ਦਿੱਤਾ, ਹਰਭਜਨ ਮਾਨ ਨੇ ਵੀ ਛੱਡਤਾ, ਤੇ ਅਮਨਜੋਤ ਕੌਰ ਰਹੀ ਭਾਵੇਂ ਅਕਾਲੀ ਦਲ 'ਚ, ਤੇ ਹੁਣ ਉਹਨੂੰ ਇੱਕ ਵੱਡੀ ਪ੍ਰਾਪਤੀ ਦੱਸ ਰਹੇ ਆ ਬੀਜੇਪੀ ਵਾਲੇ। ਦੇਖੋ ਜੀ, ਬਲਵੰਤ ਸਿੰਘ ਰਾਮੂਵਾਲੀਆ ਦੀ ਕੁੜੀ ਅਸੀਂ ਸ਼ਾਮਲ ਕਰਵਾ ਲਈ ਹੈ। ਤੇ ਮੈਨੂੰ ਲੱਗਦਾ ਇਹ ਸਾਰਾ ਕੁਝ ਇੱਕ ਕਹਿ ਲਓ ਵੀ ਸਾਂਝੀ ਰਾਏ ਕਰਕੇ ਹੀ ਇਹ ਸਟੈਪ ਚੁੱਕਿਆ ਗਿਆ ਹੈ ਵੀ ਜੇ ਕਿਤੇ ਹੋਰ ਹੱਥ ਪੱਲਾ ਨਹੀਂ ਪਊਗਾ ਤੇ ਕੱਲ ਨੂੰ ਬੀਜੇਪੀ ਸਹੀ ਆਪ ਉਹ ਬੀਜੇਪੀ 'ਚ ਹੁਣ ਜਾ ਨਹੀਂ ਸੀ ਸਕਦੇ। ਇੱਕ ਤਾਂ ਯੂਪੀ ਦੇ ਵਿੱਚ ਹਾਲੇ ਵੀ ਉਹਨਾਂ ਨੂੰ ਕੁਝ ਉਮੀਦ ਹੈ ਸਮਾਜਵਾਦੀ ਪਾਰਟੀ 'ਚੋਂ, ਦੂਜੀ ਪੰਜਾਬ 'ਚ ਵੜਨਾ ਕਿੱਦਾਂ ਆ। ਜਿਹੜਾ ਵੀ ਅੱਜ ਭਾਰਤੀ ਜਨਤਾ ਪਾਰਟੀ ਨਾਲ ਜਾਏਗਾ ਉਹਦਾ ਘੱਟੋ ਘੱਟ ਪੈਰ ਧਰਾਵਾ ਪੰਜਾਬ 'ਚ ਬਹੁਤ ਮੁਸ਼ਕਲ ਹੈ। ਸ਼ਾਇਦ ਇਸ ਗੱਲੋਂ ਬੜੇ ਘਾਗ ਸਿਆਸਤਦਾਨ ਨੇ, ਪਰ ਇਹ ਘਾਗ ਸਿਆਸਤਦਾਨੀ ਜਿਹੜੀ ਹੈ ਉਹ ਹੁਣ ਲੋਕ ਪਛਾਣ ਚੁੱਕੇ ਉਹਨਾਂ ਨੂੰ।
ਜੀ ਦਸਾਂਝ ਸਾਹਿਬ ਬਰੀਫ ਚ ਦੱਸ ਦਿਓ, ਕਰੋਨਾ ਦੇ ਕੇਸ ਲਗਾਤਾਰ ਖਬਰਾਂ ਆ ਰਹੀਆਂ ਨੇ ਭਾਰਤ ਵਿੱਚ ਫੇਰ ਵੱਧ ਰਹੇ ਆ, ਦੂਜੇ ਪਾਸੇ ਪੰਜਾਬ ਦੇ ਵਿੱਚ ਸਕੂਲ ਖੁੱਲ ਗਏ ਆ, ਤੇ ਜਿਹੜਾ ਇਹਦਾ ਅਸਰ ਕੀ ਹੋਏਗਾ। ਔਰ ਤੀਜੀ ਖਬਰ ਨਾਲ ਦੀ ਨਾਲ ਇਹ ਵੀ ਦੱਸ ਦਿਓ ਬਰੀਫ ਦੇ ਵਿੱਚ ਕਿ ਸਿੱਧੂ ਤੇ ਸੀਐਮ ਵਾਲਾ ਜਿਹੜਾ ਰੌਲਾ ਸੀਗਾ ਕਈ ਦਿਨਾਂ ਦਾ, ਉਹ ਖਬਰਾਂ ਕੁਝ ਪਿੱਛੇ ਹਟੀਆਂ ਲੱਗਦੀਆਂ ਨੇ, ਹੁਣ ਉਹ ਖਬਰਾਂ ਨਹੀਂ ਆ ਰਹੀਆਂ ਪਿਛਲੇ 2-3 ਦਿਨ ਤੋਂ, ਬਹੁਤ ਤੇਜ਼ੀ ਨਾਲ ਨਹੀਂ ਆ ਰਹੀਆਂ ਜਿਸ ਤਰ੍ਹਾਂ ਆ ਰਹੀਆਂ ਸੀਗੀਆਂ। ਤੇ ਹੁਣ ਕੀ ਉੱਥੇ ਸ਼ਾਂਤੀ ਵਰਗਾ ਮਾਹੌਲ ਬਣ ਗਿਆ ਜੀ ਕੁਝ? ਨਹੀਂ ਦੇਖੋ, ਗੱਲ ਇਹ ਆ ਵੀ ਨੰਬਰ ਇੱਕ ਤਾਂ ਇਹ ਵੀ ਕਰੋਨਾ ਦੇ ਜਿਹੜੇ ਸੈਕੰਡ ਵੇਵ ਦੇ ਕੇਸਿਸ ਜਿਹੜੇ ਆਪਾਂ ਫੇਰ ਤੋਂ 40,000 ਤੋਂ ਜ਼ਿਆਦਾ ਰੋਜ਼ ਆਉਣ ਲੱਗ ਪਏ ਆ। 400 ਤੋਂ 500 ਤੋਂ ਲੈ ਕੇ ਰੋਜ਼ ਜਿਹੜੀਆਂ ਮੌਤਾਂ ਹੋ ਰਹੀਆਂ ਨੇ, ਖਬਰਾਂ ਆ ਰਹੀਆਂ ਨੇ। ਪਰ ਪੰਜਾਬ ਦੀ ਸੁੱਖ ਹੈ, ਪੰਜਾਬ ਦੇ ਵਿੱਚ 500 ਤੋਂ ਘੱਟ ਰਹਿ ਗਏ ਨੇ ਐਕਟਿਵ ਕੇਸ ਜਿਹੜੇ ਇਲਾਜ ਅਧੀਨ ਨੇ। ਕਈ ਦਿਨਾਂ ਬਾਅਦ ਇੱਕ ਮੌਤ ਹੋਈ ਆ ਪੰਜਾਬ ਦੇ ਵਿੱਚ। ਤੇ ਜਿਹੜੀਆਂ ਬਹੁਤੇ ਕੇਸਿਸ ਆ ਰਹੇ ਨੇ ਉਹਦੇ 'ਚ ਕੇਰਲਾ ਦੇ ਵਿੱਚ ਜ਼ਿਆਦਾ ਕੇਸ ਆ ਰਹੇ ਨੇ। ਸੈਕੰਡ ਵੇਵ ਜਾਂਦੀ ਜਾਂਦੀ ਫੇਰ ਕਿਤੇ ਨਾ ਕਿਤੇ ਖੜੀ ਦਿਖਾਈ ਦੇ ਰਹੀ ਹੈ। ਸੋ ਸਰਕਾਰ ਜਿਹੜੀ ਹੈ ਉਹਨੂੰ ਹੁਣ ਵੇਸਲਾ ਹੋਣ ਦੀ ਜ਼ਰੂਰਤ ਨਹੀਂ ਹੈ ਪ੍ਰਬੰਧਾਂ ਦੇ ਮਾਮਲੇ 'ਚ, ਖਾਸ ਤੌਰ ਦੇ ਉੱਤੇ। ਥਰਡ ਵੇਵ ਦੀ ਉਡੀਕ ਕਰਨ ਦੀ ਲੋੜ ਨਹੀਂ ਹੈ। ਸੈਕੰਡ ਵੇਵ ਦੇ ਨਾਲ ਸਿੱਝਦਿਆਂ ਹੋਇਆਂ ਥਰਡ ਵੇਵ ਦਾ ਮੁਕਾਬਲਾ ਕਰਨ ਵਾਸਤੇ ਆਪਣਾ ਜਿਹੜਾ ਟੋਟਲ ਜਿਹੜਾ ਸਟਰਕਚਰ ਹੈ ਉਹਨੂੰ ਅਪਡੇਟ ਕਰਨ ਦੀ ਜ਼ਰੂਰਤ ਹੈ। ਇੱਥੇ ਕੋਤਾਹੀਆਂ ਹਾਲੇ ਵੀ ਦਿਖਾਈ ਦੇ ਰਹੀਆਂ, ਇਹ ਖਤਰਾ ਹੈ, ਚਿੰਤਾ ਹੈ। ਦੂਜੀ ਗੱਲ, ਪੰਜਾਬ ਦੇ ਵਿੱਚ ਪੋਲੀਟੀਕਲੀ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਵਾਪਰ ਰਹੀਆਂ। ਵੱਖਰੀ ਗੱਲ ਹੈ ਕਿ ਨਵਜੋਤ ਸਿੰਘ ਸਿੱਧੂ ਇਹਨਾਂ ਦਿਨਾਂ 'ਚ ਚੁੱਪ ਹੈ 2-3 ਦਿਨ ਤੋਂ, ਤੇ ਪਰ ਕੈਪਟਨ ਅਮਰਿੰਦਰ ਰਾਜਪਾਲ ਨੂੰ ਮਿਲੇ ਨੇ ਜਾ ਕੇ, ਤੇ ਉਹਨਾਂ ਨੇ ਕੁਝ ਚਰਚਾ ਸ਼ਾਇਦ ਰਾਜਪਾਲ ਨਾਲ ਕੀਤੀ ਹੈ। ਇੱਕ ਤਾਂ ਇਹ ਹੈ ਵੀ ਸ਼ਾਇਦ ਵਜ਼ਾਰਤੀ ਰੱਦੋ ਬਦਲ ਜਿਹੜਾ ਆ ਉਹ ਸ਼ਾਇਦ ਹੁਣ ਹੋਣਾ ਹੀ ਹੋਣਾ ਆ। ਪਹਿਲਾਂ ਖਬਰ ਆ ਰਹੀ ਸੀ ਵੀ ਸ਼ਾਇਦ ਨਾ ਹੋਵੇ, ਪਰ ਹੁਣ ਕੈਪਟਨ ਅਮਰਿੰਦਰ ਨੇ ਖੁਦ ਇਹ ਗੱਲ ਕਹੀ ਹੈ ਵੀ ਉਹ ਸੋਨੀਆ ਗਾਂਧੀ ਨੂੰ ਮਿਲਣ ਜਾ ਰਹੇ ਨੇ 1-2 ਦਿਨ ਦੇ ਵਿੱਚ, ਤਾਂ ਸ਼ਾਇਦ ਇਹਦੇ ਤੇ ਚਰਚਾ ਹੋਣੀ ਹੈ। ਉਹਦੇ 'ਚ ਖਬਰਾਂ ਇਹ ਹੈ ਕਿ ਕੈਪਟਨ ਅਮਰਿੰਦਰ ਨੂੰ ਫ੍ਰੀ ਹੈਂਡ ਕੀਤਾ ਹੋਇਆ। ਬਾਕੀ ਦੇਖਦੇ ਆ ਵੀ ਉਹ ਰੱਦੋ ਬਦਲ ਦੇ ਵਿੱਚ ਨਵਜੋਤ ਸਿੰਘ ਸਿੱਧੂ ਕੈਂਪ ਦੇ ਜਿਹੜੇ ਕੁਝ ਮੰਤਰੀ ਉਹਨਾਂ ਨਾਲ ਚਲੇ ਗਏ ਸੀ, 4 ਦੇ ਕਰੀਬ ਮੰਤਰੀ, ਉਹਨਾਂ ਚੋਂ ਕਿਹਨਾਂ ਲੋਕਾਂ ਦੇ ਨਾਲ ਕਿੱਦਾਂ ਦਾ ਬਿਹੇਵ ਕਰਦੇ ਆ, ਇੱਕ ਅੱਧੇ ਦੀ ਛੁੱਟੀ ਕਰਦੇ ਆ ਜਾਂ ਮਹਿਕਮੇ ਬਦਲਦੇ ਆ। ਦੂਜਾ ਸ਼ਾਇਦ ਜਿਹੜਾ ਕੋਈ ਮੁਲਾਜ਼ਮਾਂ ਦੀਆਂ ਗੱਲਾਂ ਹੋਈਆਂ ਨੇ ਵੀ ਲਗਭਗ 435 ਅਸਾਮੀਆਂ ਤਾਂ ਐਡਵਰਟਾਈਜ਼ ਕਰ ਦਿੱਤੀਆਂ ਗਈਆਂ ਨੇ ETT ਟੈਸ ਅਧਿਆਪਕਾਂ ਦੀਆਂ, ਜਿਸ ਤੋਂ ਬਾਅਦ ਉਹ ਅੰਦੋਲਨ ਜਿਹੜਾ ਪਟਿਆਲੇ ਚੱਲ ਰਿਹਾ ਸੀ ਉਹਨਾਂ ਨੇ ਪੋਸਟਪੋਨ ਕੀਤਾ। ਤੇ ਦੂਜਾ 66,000 ਹੋਰ ਕੱਚੇ ਮੁਲਾਜ਼ਮ ਨੂੰ ਪੱਕੇ ਕਰਨ ਦੀ ਗੱਲ ਚੱਲ ਰਹੀ ਹੈ, ਪਰ ਇਹਦੇ ਤੇ ਪੁਖਤਾ ਹਾਲੇ ਕਿਸੇ ਕਿਸਮ ਦੀ ਸਹੀ ਨਹੀਂ ਪਾਈ ਜਾ ਸਕਦੀ, ਕਿਉਂਕਿ ਸਰਕਾਰ ਨੇ ਕਿਹਾ ਹੀ ਹੈ ਵੀ ਉਹ ਕਰਨਾ ਚਾਹੁੰਦੇ ਆ, ਤੇ ਕਦੋਂ ਕਰਨਾ, ਕਿਵੇਂ ਕਰਨਾ, ਇਹਦੀ ਪ੍ਰਕਿਰਿਆ ਕੋਈ ਨਹੀਂ ਆਰੰਭੀ ਗਈ। ਤੇ ਇੱਕ ਮੈਂ ਬਿਲਕੁਲ ਲੇਟੈਸਟ ਖਬਰ ਜਾਣਿਆ ਤਾਂ ਦੱਸ ਦਵਾਂ ਕਿ ਜਿਹੜੇ ਸਮੀਤ ਸੈਣੀ ਹੈ ਸਾਬਕਾ DGP, ਉਹਨਾਂ ਦੀ ਚੰਡੀਗੜ੍ਹ 'ਚ ਸੈਕਟਰ 20 'ਚ ਕੋਠੀ ਤੇ ਵਿਜੀਲੈਂਸ ਨੇ ਰੇਡ ਕੀਤੀ ਹੈ। ਉਹਦੀਆਂ ਡਿਟੇਲਸ ਆ ਰਹੀਆਂ ਨੇ, ਪਰ ਉਹ ਰੇਡ SIT ਕਰ ਚੁੱਕੀ ਹੈ ਬੇਅਦਬੀ ਮਾਮਲੇ ਦੇ ਵਿੱਚ ਪੁੱਛਗਿੱਛ ਸਮੀਤ ਸਿੰਘ ਸੈਣੀ ਹੋਰਾਂ ਨੂੰ। ਪਰ ਕਿਹਾ ਜਾ ਰਿਹਾ ਵੀ ਸ਼ਾਇਦ ਜ਼ਮੀਨ ਨਾਲ ਜੁੜੇ ਕੁਝ ਕਰਪਸ਼ਨ ਦੇ ਮਾਮਲੇ ਵੀ ਹੈਗੇ ਆ, ਜਿਹਦੇ ਕਰਕੇ ਰੇਡ ਹੋਈ ਹੈ। ਭਾਵੇਂ ਕਾਫੀ ਦੇਰ ਤੱਕ ਟੀਮ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ, ਪਰ ਬਾਅਦ ਵਿੱਚ 2 ਅਫਸਰ ਜਿਹੜੇ ਆ ਵਿਜੀਲੈਂਸ ਦੇ ਉਹ ਸਮੀਤ ਸਿੰਘ ਸੈਣੀ ਦੇ ਅੰਦਰ ਗਏ ਆ। ਉੱਥੋਂ ਕੀ ਕੁਝ ਕੱਢਿਆ ਗਿਆ, ਕੀ ਕੁਝ ਖੰਗਾਲਿਆ ਗਿਆ, ਇਹਦੀ ਡਿਟੇਲਸ ਆਉਣਗੀਆਂ, ਫਿਰ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਦਸਾਂਝ ਸਾਹਿਬ, ਅੱਜ ਲਈ ਇੰਨਾ ਹੀ ਕਾਫੀ ਹੈ, ਤੇ ਕੱਲ ਦੇ ਪ੍ਰੋਗਰਾਮ 'ਚ ਆਪਾਂ ਦੁਬਾਰਾ ਮਿਲਦੇ ਹਾਂ। ਪੰਜਾਬ ਦੇ ਮੈਂ ਐਜੂਕੇਸ਼ਨ ਸਿਸਟਮ ਦੇ ਉੱਤੇ ਤੁਹਾਡੇ ਨਾਲ, ਤੇ ਕੋਈ ਜੇਕਰ ਵਿਦਿਅਕ ਮਾਹਰ ਕੋਈ ਹੋਰ ਵਿਅਕਤੀ ਤੁਹਾਡੇ ਸੰਪਰਕ 'ਚ ਹੋਣ, ਇੱਥੋਂ ਤੁਸੀਂ ਗੱਲ ਕਰਨੀ ਚਾਹੋ, ਤਾਂ ਮੈਂ ਚਾਹਾਂਗਾ ਕਿ ਪੰਜਾਬ ਦੇ ਕਾਲਜਸ ਦੀ ਤੇ ਪੰਜਾਬ ਦੇ ਸਕੂਲਾਂ ਦੀ ਜਿਹੜੀ ਹਾਲਾਤ ਆ ਉਹਦੇ ਤੇ ਕਾਫੀ ਚਿੰਤਾਜਨਕ ਜਿਹੜੇ ਆ ਉਹ ਹਾਲਾਤ ਨੇ ਬਣੇ ਹੋਏ। ਉੱਥੋਂ ਦੇ ਅਧਿਆਪਕਾਂ ਦੀਆਂ ਨਿਯੁਕਤੀਆਂ, ਕਾਲਜ ਵਿੱਚ ਵਿਦਿਆਰਥੀਆਂ ਦਾ ਨਾ ਪਹੁੰਚਣਾ, ਪੜ੍ਹਾਈ ਦਾ ਲੈਵਲ ਜਿਹੜਾ ਉਹ ਬਿਲਕੁਲ ਬੇਕਾਰ ਹੋ ਜਾਣਾ, ਇਹਦੇ ਉੱਤੇ ਚਰਚਾ ਆਪਾਂ ਕਿਸੇ ਦਿਨ ਕਰਨੀ ਚਾਹਾਂਗੇ। ਜੇ ਕੋਈ ਤੁਹਾਡੇ ਕੋਲ ਐਕਸਪਰਟ ਹੋਣ ਇਸ ਦੇ ਉੱਤੇ, ਤੁਹਾਡੇ ਮਿੱਤਰ, ਤੇ ਅਸੀਂ ਉਹਨਾਂ ਨਾਲ ਗੱਲ ਕਰਨ ਲਈ ਚਾਹਾਂਗੇ। ਤੁਸੀਂ ਕੋਸ਼ਿਸ਼ ਕਰਨਾ ਕਿ ਕਿਸੇ ਐਕਸਪਰਟ ਨੂੰ ਟਾਈਮ ਲੈ ਕੇ ਤੇ ਮੇਰੇ ਨਾਲ ਗੱਲ ਕਰ ਲਿਓ, ਆਪਾਂ ਫਿਰ ਉੱਤੇ ਪ੍ਰੋਗਰਾਮ ਕਰਨਾ ਚਾਹਾਂਗੇ। ਜੀ ਜੀ, ਥੈਂਕ ਯੂ ਵੈਰੀ ਮਚ ਜੀ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ।